ਮੇਰੇ ਕੋਲ ਇੱਕ ਪੀਜ਼ਾ ਹੈ ਤੇ ਮੈਂ ਇਸ ਪੀਜ਼ੇ ਨੂੰ ਖਾਣ ਤੋਂ ਪਹਿਲਾਂ ਕੀ ਹੈ ਕਿ 2 ਬਰਾਬਰ ਭਾਗਾਂ ਦੇ ਵਿੱਚ ਕੀ ਆ ਵੰਡ ਲਿਆ ਹੈ। ਤਾਂ ਮੈਂ 2 ਬਰਾਬਰ ਟੁਕੜੇ ਕਰ ਲਏ ਇਹਦੇ। ਤਾਂ ਇਸ ਦੇ ਵਿੱਚੋਂ ਕੀ ਹੈ ਕਿ ਮੈਂ ਜਿਹੜਾ ਇੱਕ ਟੁਕੜਾ ਹੈ ਉਹ ਪੀਜ਼ੇ ਦਾ ਖਾ ਲਿਆ ਹੈ। ਮੰਨ ਲਓ ਕਿ ਮੈਂ ਜਿਹਦੇ ਵਿੱਚ ਰੰਗ ਕਰਨ ਲੱਗਿਆ, ਜਿਹੜੇ ਭਾਗ ਦੇ ਵਿੱਚ ਜਿਹੜੇ ਟੁਕੜੇ ਦੇ ਵਿੱਚ ਉਹ ਟੁਕੜਾ ਮੈਂ ਜਿਹੜਾ ਪੀਜ਼ੇ ਦਾ ਉਹ ਖਾ ਲਿਆ। ਅਸੀਂ ਇਹ ਨੀਲਾ ਰੰਗ ਕਰ ਲੈਂਦੇ, ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇਹ ਜਿਹੜਾ ਟੁਕੜਾ ਪੀਜ਼ੇ ਦਾ ਖਾ ਲਿਆ। ਇਟ ਮੀਨਸ ਕਿ ਮਤਲਬ ਮੈਂ ਇਹਨੂੰ ਦੇਖਣਾ ਹੋਵੇ ਤਾਂ ਅਸੀਂ ਇਹਨੂੰ ਲਿਖ ਸਕਦੇ ਹਾਂ ਕਿ ਮੈਂ ਭਿੰਨ ਦੇ ਰੂਪ 'ਚ ਲਿਖਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਮੇਰੇ ਕੋਲ 2 ਟੁਕੜੇ ਕੁੱਲ ਸੀਗੇ, ਜਿਨ੍ਹਾਂ ਦੇ ਵਿੱਚੋਂ ਕੀ ਹੈ ਕਿ 2 ਟੁਕੜੇ ਕੁੱਲ ਸੀਗੇ, ਜਿਨ੍ਹਾਂ ਦੇ ਵਿੱਚੋਂ ਕੀ ਹੈ ਕਿ ਮੈਂ ਇੱਕ ਟੁਕੜਾ ਜਿਹੜਾ ਉਹ ਪੀਜ਼ੇ ਦਾ ਖਾ ਲਿਆ। ਤਾਂ ਮੇਰੀ ਭਿੰਨ ਕੀ ਬਣੂਗੀ 1/2, ਮਤਲਬ ਕਿ 2 ਦੇ ਵਿੱਚੋਂ ਮੈਂ ਇੱਕ ਟੁਕੜਾ ਜਿਹੜਾ ਉਹ ਖਾ ਲਿਆ। ਅਤੇ ਇਸੇ ਤਰ੍ਹਾਂ ਮੰਨ ਲਓ ਕਿ ਮੈਂ ਇੱਕ ਪੀਜ਼ਾ ਹੋਰ ਲੈ ਲਾਂ ਅਤੇ ਉਹਦੇ ਮਤਲਬ ਕਿ 2 ਦੀ ਜਗ੍ਹਾ 'ਤੇ ਜੇ ਮੈਂ 4 ਟੁਕੜੇ ਕਰ ਲਾਂ। ਅਸੀਂ ਪਹਿਲਾਂ ਪੀਜ਼ਾ ਲੈ ਲੈਂਦੇ ਹਾਂ, ਅਸੀਂ ਪੀਜ਼ਾ ਲੈ ਲਿਆ ਅਤੇ ਹੁਣ ਅਸੀਂ ਜੇ ਇਹਦੇ ਮਤਲਬ ਕਿ 2 ਦੀ ਜਗ੍ਹਾ 'ਤੇ 4 ਬਰਾਬਰ ਟੁਕੜੇ ਕਰ ਲਈਏ। ਪਹਿਲਾਂ ਅਸੀਂ ਇਹਦੇ ਟੁਕੜੇ ਕਰ ਲੈਂਦੇ ਹਾਂ ਬਰਾਬਰ। ਪਹਿਲਾਂ 2 ਟੁਕੜੇ ਕਰ ਲਏ, ਉਸ ਤੋਂ ਬਾਅਦ ਦੋਨਾਂ ਦੇ ਫਿਰ ਅੱਧ-ਅੱਧ ਕਰਕੇ 4 ਬਰਾਬਰ ਟੁਕੜੇ ਕਰ ਲਏ। ਤਾਂ ਹੁਣ ਜੇ ਮੈਂ ਪੀਜ਼ਾ ਖਾਣਾ ਹੋਵੇ, ਜਿੰਨਾ ਮੈਂ ਪੀਜ਼ਾ ਪਹਿਲਾਂ ਖਾਧਾ ਸੀਗਾ, ਤਾਂ ਮੈਨੂੰ ਇਸ ਪੀਜ਼ੇ ਦੇ ਕਿੰਨੇ ਟੁਕੜੇ ਖਾਣੇ ਪੈਣਗੇ? ਇਸ ਪੀਜ਼ੇ ਦੇ ਮੈਨੂੰ ਮਤਲਬ ਕਿ ਆਹ ਇੱਕ ਟੁਕੜਾ ਅਤੇ ਨੀਚੇ ਵਾਲੇ ਦੇ ਦੂਸਰਾ ਟੁਕੜਾ ਜਿਹੜਾ ਉਹ ਖਾਣਾ ਪਊਗਾ, ਤਾਂ ਮੈਂ ਪਹਿਲਾਂ ਜਿੰਨਾ ਜਿਹੜਾ ਪੀਜ਼ਾ ਉਹ ਖਾ ਸਕਦਾ ਵਾਂ। ਇਟ ਮੀਨਸ ਕਿ ਮੇਰੇ ਕੋਲ ਇਸ ਪੀਜ਼ੇ ਦੇ ਕੁੱਲ 4 ਟੁਕੜੇ ਸੀਗੇ ਅਤੇ ਜਿਹਦੇ ਵਿੱਚੋਂ ਕੀ ਹੈ ਕਿ ਮੈਂ 2 ਟੁਕੜੇ ਨੇ ਜਿਹੜੇ ਉਹ ਖਾ ਲਏ ਨੇ। ਮਤਲਬ ਕਿ ਜੇ ਕਿਸੇ ਪੀਜ਼ੇ ਦੇ 4 ਟੁਕੜੇ ਕਰਕੇ ਬਰਾਬਰ, ਉਹਦੇ ਵਿੱਚੋਂ ਜੇ ਅਸੀਂ 2 ਟੁਕੜੇ ਖਾ ਲਈਏ, ਉਹ ਸੇਮ ਹੀ ਗੱਲ ਹੈ ਕਿ ਜੇ ਅਸੀਂ ਇੱਕ ਪੀਜ਼ੇ ਦੇ 2 ਟੁਕੜੇ ਬਰਾਬਰ ਕਰਕੇ ਅਸੀਂ ਉਹਦੇ ਵਿੱਚੋਂ ਇੱਕ ਟੁਕੜਾ ਜਿਹੜਾ ਉਹ ਖਾ ਲਈਏ, ਦੋਨੇ ਚੀਜ਼ ਗੱਲਾਂ ਕੀ ਨੇ, ਮਤਲਬ ਕੀ ਆ ਬਰਾਬਰ ਹਨ। ਇਹਦਾ ਮਤਲਬ ਕਿ ਜੋ 1/2 ਹੈ ਉਹ ਬਰਾਬਰ ਹੈ ਸਾਡੇ ਕੋਲ 2/4 ਦੇ। ਮਤਲਬ ਕਿ ਫ਼ਰਕ ਕੀ ਹੈ? ਸਿਰਫ ਇੱਥੇ ਨੰਬਰਾਂ ਦਾ ਫ਼ਰਕ ਆ ਕਿ ਪਹਿਲਾਂ 2 ਦੇ ਵਿੱਚੋਂ ਅਸੀਂ ਇੱਕ ਟੁਕੜਾ ਖਾਧਾ ਸੀ, ਹੁਣ ਅਸੀਂ 4 ਦੇ ਵਿੱਚੋਂ ਕੀ ਹੈ ਜਿਹੜੇ ਉਹ 2 ਟੁਕੜੇ ਖਾ ਲਏ ਨੇ। ਤਾਂ ਅਸੀਂ ਇਸ ਤਰ੍ਹਾਂ ਦੀਆਂ ਭਿੰਨਾਂ ਨੂੰ ਕੀ ਆਖਦੇ ਹਾਂ? ਅਸੀਂ ਇਸ ਤਰ੍ਹਾਂ ਦੀਆਂ ਭਿੰਨਾਂ ਨੂੰ ਇਕੁਅਲੈਂਟ ਫਰੈਕਸ਼ਨ ਜਿਹੜੀ ਆ ਉਹ ਆਖਦੇ ਹਾਂ। ਮਤਲਬ ਕਿ ਅਸੀਂ ਇਹਨਾਂ ਨੂੰ ਤੁੱਲ ਭਿੰਨਾਂ ਵੀ ਕਹਿ ਸਕਦੇ ਹਾਂ। ਇੱਥੇ ਲਿਖ ਲੈਂਦੇ ਹਾਂ, ਸਾਡੇ ਕੋਲ ਆ ਗਈਆਂ ਤੁੱਲ ਭਿੰਨਾਂ, ਮਤਲਬ ਕਿ ਜੋ 1/2 ਬਰਾਬਰ ਹੈ 2/4। ਹੁਣ ਮੈਂ ਪੀਜ਼ੇ ਦੇ ਪਹਿਲਾਂ 2 ਟੁਕੜੇ ਕੀਤੇ ਸੀ, ਹੁਣ ਫਿਰ 4 ਕੀਤੇ ਸੀ। ਹੁਣ 4 ਦੀ ਜਗ੍ਹਾ 'ਤੇ ਮੰਨ ਲਓ ਜੇ ਮੈਂ 8 ਟੁਕੜੇ ਕਰ ਲਾਂ, ਅਸੀਂ ਇੱਕ ਪੀਜ਼ਾ ਹੋਰ ਲੈ ਲੈਂਦੇ ਹਾਂ। ਮੰਨ ਲਓ ਇੱਕ ਅਸੀਂ ਪੀਜ਼ਾ ਲੈ ਲਿਆ, ਤਾਂ ਹੁਣ ਅਸੀਂ ਪੀਜ਼ੇ ਦੇ ਕਿੰਨੇ ਟੁਕੜੇ ਕਰਾਂਗੇ? ਅਸੀਂ ਪੀਜ਼ੇ ਦੇ ਹੁਣ 8 ਬਰਾਬਰ ਟੁਕੜੇ ਕਰਾਂਗੇ। ਅਸੀਂ ਮੰਨ ਲਓ ਕਿ ਪਹਿਲਾਂ ਇਹਦੇ 2 ਬਰਾਬਰ ਟੁਕੜੇ ਕੀਤੇ, ਫਿਰ ਜਿਹੜੇ 2 ਟੁਕੜੇ ਆਏ ਆ ਅਸੀਂ ਉਹਨਾਂ ਦੇ ਫਿਰ ਅੱਧ ਕਰਕੇ 4 ਬਰਾਬਰ ਟੁਕੜੇ ਕਰ ਲਏ, ਅਤੇ ਜੋ 4 ਬਰਾਬਰ ਟੁਕੜੇ ਆਏ ਆ ਅਸੀਂ ਉਹਨਾਂ ਦੇ ਚਾਰਾਂ ਦੇ ਕੀ ਅੱਧ ਕਰਕੇ 8 ਟੁਕੜੇ ਨੇ ਜਿਹੜੇ ਉਹ ਕਰ ਲਏ। ਜਿਵੇਂ ਅਸੀਂ ਇਹ ਦੋਨਾਂ ਦੇ 2-2 ਟੁਕੜੇ ਕਰ ਲਏ, ਇਸੇ ਤਰ੍ਹਾਂ ਦੋਨੇ ਟੁਕੜਿਆਂ ਦੇ ਫਿਰ 2-2 ਟੁਕੜੇ ਕਰ ਲਏ। ਇਹ ਮੇਰੇ ਕੋਲ ਕਿੰਨੇ ਟੁਕੜੇ ਹੋ ਗਏ? ਇਹ ਮੇਰੇ ਕੋਲ ਹੋ ਗਏ ਕੁੱਲ ਕਿੰਨੇ ਹੋ ਗਏ? 8 ਟੁਕੜੇ। ਤਾਂ ਇਹਨਾਂ ਦੇ ਵਿੱਚੋਂ ਕੀ ਹੈ ਕਿ ਜੇ ਹੁਣ ਮੈਂ ਪਹਿਲਾਂ ਜਿੰਨਾ ਹੀ ਪੀਜ਼ਾ ਖਾਣਾ ਹੋਵੇ ਤਾਂ ਮੈਨੂੰ ਕਿੰਨੇ ਟੁਕੜੇ ਖਾਣੇ ਪੈਣਗੇ? ਤਾਂ ਇਹਦੇ ਵਿੱਚੋਂ ਕੀ ਹੈ ਕਿ ਮੈਨੂੰ 1 2 3 4 ਮਤਲਬ ਕਿ ਇਹ 4 ਟੁਕੜੇ ਨੇ ਜਿਹੜੇ ਉਹ ਇਸ ਪੀਜ਼ੇ ਦੇ ਖਾਣੇ ਪੈਣਗੇ। ਤਾਂ ਅਸੀਂ ਇਹਨਾਂ 'ਤੇ ਰੰਗ ਕਰ ਲੈਂਦੇ ਹਾਂ ਕਿ ਅਸੀਂ ਇਹ 4 ਟੁਕੜੇ ਨੇ ਜਿਹੜੇ ਉਹ ਖਾ ਲੈਂਦੇ ਹਾਂ ਜੇ ਅਸੀਂ ਪਹਿਲਾਂ ਜਿੰਨਾ ਪੀਜ਼ਾ ਜਿਹੜਾ ਉਹ ਖਾਣਾ ਹੈ। ਤਾਂ ਇੱਥੋਂ ਅਸੀਂ ਇਹ ਦੇਖਦੇ ਹਾਂ ਕਿ ਜੋ ਅਸੀਂ ਜੇ ਇੱਥੇ ਮੈਂ ਜਿਹੜੇ 4 ਟੁਕੜੇ ਖਾਧੇ ਆ ਅਤੇ ਇੱਥੇ ਜਿਹੜੇ ਮੈਂ 2 ਟੁਕੜੇ ਖਾਧੇ ਸੀ ਅਤੇ ਜੇ ਉੱਥੇ ਮੈਂ 1 ਟੁਕੜਾ ਖਾਧਾ ਸੀ, ਇਹ ਕੀ ਆਪਸ 'ਚ ਬਰਾਬਰ ਹਨ। ਕਿ ਮਤਲਬ ਕਿ ਮੈਂ ਪਹਿਲਾਂ ਵੀ ਅੱਧਾ ਪੀਜ਼ਾ ਹੀ ਖਾਧਾ ਸੀਗਾ, ਦੂਸਰੇ ਵਿੱਚ ਵੀ ਮੈਂ ਅੱਧਾ ਪੀਜ਼ਾ ਹੀ ਖਾਧਾ ਸੀ, ਤੀਸਰੇ ਵਿੱਚ ਵੀ ਕੀ ਹੈ ਕਿ ਮੈਂ ਅੱਧਾ ਪੀਜ਼ਾ ਹੀ ਖਾਧਾ ਹੈ। ਤਾਂ ਅਸੀਂ ਇਹਦਾ ਮਤਲਬ ਕੀ ਹੈ ਕਿ ਅਸੀਂ 8 ਦੇ ਵਿੱਚੋਂ ਕਿੰਨੇ ਟੁਕੜੇ ਖਾ ਲਏ? ਅਸੀਂ 8 ਦੇ ਵਿੱਚੋਂ ਇਸ ਪੀਜ਼ੇ ਦੇ 4 ਟੁਕੜੇ ਖਾ ਲਏ। ਇਹ ਵੀ ਕਿਹਦੇ ਬਰਾਬਰ ਹੈ? 1/2 ਅਤੇ 2/4 ਦੀ ਇਹ ਬਰਾਬਰ ਹੈ। ਤਾਂ ਅਸੀਂ ਇੱਥੇ ਲਿਖ ਲੈਂਦੇ ਹਾਂ ਬਰਾਬਰ, ਕਿ ਇਹ ਕੀ ਹੈ ਕਿ ਸਾਰੀਆਂ ਭਿੰਨਾਂ ਆਪਸ 'ਚ ਕੀ ਨੇ? ਮਤਲਬ ਇਕੁਅਲੈਂਟ ਫਰੈਕਸ਼ਨ ਨੇ। ਇਹ ਕੀ ਹੈ? ਅਸੀਂ ਇਹਨਾਂ ਨੂੰ ਸਾਰੀਆਂ ਭਿੰਨਾਂ ਨੂੰ ਕੀ ਆਖਦੇ ਹਾਂ? ਅਸੀਂ ਇਹਨਾਂ ਨੂੰ ਤੁੱਲ ਭਿੰਨਾਂ ਆਖਦੇ ਹਾਂ। ਕਿ ਮਤਲਬ ਕਿ ਮੈਂ ਪਹਿਲਾਂ ਵੀ ਅੱਧਾ ਪੀਜ਼ਾ ਹੀ ਖਾਧਾ ਸੀਗਾ ਅਤੇ ਦੂਸਰੀ ਵਾਰ ਕਿ ਮੈਂ 4 ਦੇ ਵਿੱਚੋਂ ਜਦੋਂ 2 ਟੁਕੜੇ ਖਾਧੇ ਤਾਂ ਵੀ ਅੱਧਾ ਪੀਜ਼ਾ ਹੀ ਖਾਧਾ, ਤਾਂ ਜਦੋਂ ਮੈਂ ਉਸ ਤੋਂ ਬਾਅਦ ਇਹਦੇ 8 ਟੁਕੜੇ ਕਰਕੇ ਉਹਦੇ ਵਿੱਚੋਂ ਜਦੋਂ ਮੈਂ 4 ਟੁਕੜੇ ਖਾਧੇ ਤਾਂ ਵੀ ਮੈਂ ਕੀ ਹੈ ਕਿ ਅੱਧਾ ਹੀ ਪੀਜ਼ਾ ਜਿਹੜਾ ਉਹ ਖਾਧਾ ਸੀਗਾ। ਤਾਂ ਹੁਣ ਸਾਨੂੰ ਇੱਥੇ ਇੱਕ ਪੈਟਰਨ ਦੇਖਣ ਨੂੰ ਮਿਲਦਾ ਕਿ ਮਤਲਬ ਜੇ ਮੈਂ ਹਰ ਦੇ ਵਿੱਚ, ਜਿਵੇਂ ਸਾਡੇ ਕੋਲ ਹਰ ਉਰੇ 2 ਆ ਅਤੇ ਅੰਸ਼ ਉਰੇ 1 ਆ, ਜੇ ਮੈਂ ਹਰ ਨੂੰ 2 ਨਾਲ ਗੁਣਾ ਕਰ ਰਿਹਾ, ਮਤਲਬ ਕਿ ਉਹਨੂੰ ਮੈਂ ਡਬਲ ਕਰਦਾ ਪਿਆ, ਅਤੇ ਅਸੀਂ ਜਦੋਂ ਇਹਨੂੰ ਮਤਲਬ ਕਿ 2 ਨੂੰ 2 ਨਾਲ ਗੁਣਾ ਕੀਤੀ ਤਾਂ ਮੇਰੇ ਕੋਲ ਕਿੰਨਾ ਆਇਆ? 4 ਹੈ। ਇਸੇ ਤਰ੍ਹਾਂ ਮੇਰੇ ਕੋਲ ਕੀ ਕਿ ਅੰਸ਼ ਵੀ ਉਸੇ ਤਰ੍ਹਾਂ ਹੀ ਡਬਲ ਹੋ ਰਿਹਾ, ਕਿ ਮਤਲਬ ਕਿ ਮੈਂ 1 ਨੂੰ ਕੀ ਆ 2 ਨਾਲ ਗੁਣਾ ਕੀਤੀ ਤਾਂ ਮੇਰੇ ਕੋਲ ਅੰਸ਼ ਵੀ ਉਰੇ 2 ਆ ਗਿਆ।
ਤਾਂ ਮੇਰੇ ਕੋਲ ਉਰੇ ਪਹਿਲਾਂ 1/2 ਸੀਗਾ, ਮਤਲਬ ਕਿ ਅੰਸ਼ 1 ਸੀਗਾ, ਹਰ 2 ਸੀਗਾ। ਤਾਂ ਉਰੇ ਮੇਰੇ ਕੋਲ ਜਦੋਂ ਮੈਂ 2 ਨਾਲ ਗੁਣਾ ਕੀਤੀ, 2 ਉੱਪਰ ਅੰਸ਼ ਅਤੇ ਹਰ ਨੂੰ ਦੋਨਾਂ ਨੂੰ 2 ਨਾਲ, ਤਾਂ ਮੇਰੇ ਕੋਲ ਅੰਸ਼ 2 ਬਣ ਗਿਆ ਅਤੇ ਹਰ 4 ਬਣ ਗਿਆ। ਇਸੇ ਤਰ੍ਹਾਂ ਜੇ ਅਸੀਂ ਫਿਰ ਇਹਨੂੰ ਮਤਲਬ ਕਿ 4 ਨੂੰ 2 ਨਾਲ ਗੁਣਾ ਕਰ ਦਈਏ, 4 ਗੁਣਾ 2 ਮੇਰੇ ਕੋਲ ਕੀ ਆ ਜਾਊਗਾ 8 ਆ ਜਾਊਗਾ। ਅਤੇ ਇਸੇ ਤਰ੍ਹਾਂ ਜਦੋਂ ਅੰਸ਼ ਨੂੰ ਅਸੀਂ 2 ਨਾਲ ਗੁਣਾ ਕਰ ਦਾਂਗੇ ਤਾਂ ਸਾਡੇ ਕੋਲ ਕੀ ਆ ਜਾਊਗਾ 4 ਅੰਸ਼ ਆ ਜਾਊਗਾ। ਤਾਂ ਸਾਡੇ ਕੋਲ ਜਿਹੜਾ ਪੈਟਰਨ ਬਣਦਾ ਪਿਆ ਕਿ ਸਾਡੇ ਕੋਲ ਪਹਿਲਾਂ ਅੰਸ਼ 1 ਸੀਗਾ, ਹਰ 2 ਸੀਗਾ, ਫਿਰ ਸਾਡੇ ਕੋਲ ਅੰਸ਼ 2 ਹੋ ਗਿਆ, ਹਰ 4 ਹੋ ਗਿਆ, ਅਤੇ ਤੀਸਰੀ ਵਾਰ ਸਾਡੇ ਕੋਲ ਅੰਸ਼ 4 ਹੋ ਗਿਆ ਅਤੇ ਹਰ ਸਾਡੇ ਕੋਲ 8 ਹੋ ਗਿਆ। ਇੱਥੇ ਸਾਨੂੰ ਇਹ ਕੀ ਦੱਸਦਾ ਪਿਆ ਕਿ ਅਸੀਂ ਇੱਕ ਦਿੱਤੀ ਹੋਈ ਭਿੰਨ ਦੀ ਤੁੱਲ ਭਿੰਨ ਪਤਾ ਕਰਨ ਲਈ ਅਸੀਂ ਉਸਦੇ ਅੰਸ਼ ਅਤੇ ਹਰ ਦੋਹਾਂ ਨੂੰ ਇੱਕ ਸਮਾਨ ਗੈਰ ਸਿਫਰ ਮਤਲਬ ਕਿ 0 ਨੂੰ ਛੱਡ ਕੇ ਕਿਸੇ ਸੰਖਿਆ ਦੇ ਨਾਲ ਗੁਣਾ ਕਰਦੇ ਹਾਂ ਤਾਂ ਸਾਨੂੰ ਕੀ ਹੈ ਕਿ ਉਹਦੀ ਤੁੱਲ ਭਿੰਨ ਪ੍ਰਾਪਤ ਹੋ ਜਾਂਦੀ ਹੈ। ਕਿ ਇੱਥੇ ਜਿਵੇਂ ਅਸੀਂ 1/2 ਨੂੰ 2 ਨਾਲ ਉੱਪਰ ਥੱਲੇ ਗੁਣਾ ਕੀਤੀ ਤਾਂ ਸਾਨੂੰ 2/4 ਤੁੱਲ ਭਿੰਨ ਪ੍ਰਾਪਤ ਹੋ ਗਈ। ਤਾਂ ਜਦੋਂ 2/4 ਨੂੰ ਅਸੀਂ 2 ਨਾਲ ਉੱਪਰ ਥੱਲੇ ਗੁਣਾ ਕੀਤੀ ਅੰਸ਼ ਅਤੇ ਹਰ ਨਾਲ, ਤਾਂ ਸਾਡੇ ਕੋਲ ਕੀ 4/8 ਜਿਹੜੀ ਹੈ ਤੁੱਲ ਭਿੰਨ ਜਿਹੜੀ ਸਾਨੂੰ ਇਹਦੀ ਪ੍ਰਾਪਤ ਹੋ। ਅਸੀਂ ਇਹਨਾਂ ਨੂੰ ਕੀ ਆਖਦੇ ਹਾਂ, ਅਸੀਂ ਇਹਨਾਂ ਨੂੰ ਇਕੁਵਲੈਂਟ ਫ੍ਰੈਕਸ਼ਨ ਆਖਦੇ ਹਾਂ, ਜਿਹਨਾਂ ਨੂੰ ਅਸੀਂ ਪੰਜਾਬੀ 'ਚ ਤੁੱਲ ਭਿੰਨਾਂ ਵੀ ਕਹਿੰਦੇ ਹਾਂ।